ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਟੰਡ ਸਿਮਰਨ ਹਬ ਕਿਛ ਲੱਦਮ, ਬਿਖਮ ਨ ਡਿਠਮ ਕੋਈ। ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਨਕਾਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਜੁੜ ਮਿਲ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਤਿਗੁਰੂ, ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ, ਜਿਵੇਂ ਆਪ ਜੀ ਨੇ ਸਟੇਜ ਤੋਂ ਪਿਆਰ ਸਹਿਤ ਸਰਵਣ ਕੀਤਾ ਹੈ, ਇਹ ਦੀਵਾਨ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੇਵਕ ਪਰਿਵਾਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਪ੍ਰਾਪਤ ਕਰਕੇ ਕੀਤੇ ਜਾ ਰਹੇ ਨੇ, ਉੱਥੇ ਇਸੇ ਪਿਛਲੇ ਹਫ਼ਤੇ ਵਿੱਚ ਹੀ ਨਾਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਵੀ ਸਮਰਪਿਤ ਨੇ। ਅਤੇ ਨਾਲ ਦੀ ਨਾਲ ਜੋ ਭਾਰਤ ਦੇ ਅੰਦਰ ਵੱਡੇ ਸੰਘਰਸ਼ ਤੋਂ ਬਾਅਦ ਕਿਸਾਨ ਮਜ਼ਦੂਰ ਜਿੰਨੇ ਵੀ ਸੰਘਰਸ਼ ਦੇ ਵਿੱਚ ਸ਼ਾਮਲ ਸਨ, ਉਹਨਾਂ ਨੂੰ ਜੋ ਜਿੱਤ ਪ੍ਰਾਪਤ ਹੋਈ ਹੈ, ਜਿਹੜੇ ਕਾਲੇ ਕਾਨੂੰਨ ਕੇਵਲ ਤੇ ਕੇਵਲ ਆਪਣੇ ਇੱਕ ਧੜੇ ਵੱਲੋਂ, ਸਰਕਾਰ ਵੱਲੋਂ ਆਪਣੀ ਮਰਜ਼ੀ ਦੇ ਨਾਲ ਬਣਾ ਦਿੱਤੇ ਗਏ ਸਨ, ਉਹਨਾਂ ਨੂੰ ਵਾਪਸ ਕਰਵਾਉਣ ਦੇ ਲਈ, ਰੱਦ ਕਰਾਉਣ ਦੇ ਲਈ ਲਗਾਤਾਰ 1 ਸਾਲ ਸੰਘਰਸ਼ ਲੜਿਆ ਗਿਆ। ਪਿਛਲੇ ਦਿਨੀਂ ਮਹਾਰਾਜ ਨੇ ਕਿਰਪਾ ਕੀਤੀ,
ਸਤਿਗੁਰਾਂ ਦੇ ਪੁਰਬ 'ਤੇ ਹੀ ਉਸ ਸੰਘਰਸ਼ ਨੂੰ ਵੀ ਫਤਿਹ ਪ੍ਰਾਪਤ ਹੋਈ। ਉਸ ਸੰਬੰਧ ਵਿੱਚ ਵੀ ਅੱਜ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਸੋ ਮਹਾਰਾਜ ਕਿਰਪਾ ਕਰਨ। ਅਸਲ ਵਿੱਚ ਸਾਧ ਸੰਗਤ ਜੀ, ਇਹ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਧਰਤੀ 'ਤੇ ਬਣੇ ਹੋਏ ਨੇ, ਇਹੀ ਹਾਲਾਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਵੀ ਭਾਰਤ ਦੀ ਧਰਤੀ ਦੇ ਸਨ। ਉਹਨਾਂ ਹਾਲਾਤਾਂ ਦਾ, ਉਸ ਸਮੇਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਔਰ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਵਿੱਚ ਬੜਾ ਵਿਸਤਾਰ ਦੇ ਨਾਲ ਕੀਤਾ ਹੈ। ਜਦੋਂ ਇਹ ਬਚਨ ਆਉਂਦੇ ਨੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚੱਕ ਨਹਿੰਦਾ ਪੈਨ ਘਾਓ, ਰਤ ਪਿਤ ਕੁੱਤੇ ਹੋ ਚਟ ਜਾਓ। ਜਦੋਂ ਮਹਾਰਾਜ ਦੇ ਬਚਨ ਆਉਂਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਉਸ ਸਮੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਜਦੋਂ ਭਾਰਤ ਦੀ ਧਰਤੀ 'ਤੇ ਬਾਹਰੋਂ ਹਮਲਾਵਰ ਆਉਂਦੇ ਔਰ ਭਾਰਤ ਦੀ ਧਰਤੀ ਤੋਂ ਦਿੱਲੀ ਦੇ ਤਖਤ 'ਤੇ ਰਾਜ ਕਰਨ ਵਾਲੇ ਲੋਕਾਂ ਨੂੰ ਲੁੱਟ-ਪੁੱਟ ਕੇ ਭਾਰਤ ਦੀਆਂ ਬਹੂ ਬੇਟੀਆਂ ਨੂੰ ਲੈ ਕੇ ਵਾਪਸ ਚਲੇ ਜਾਂਦੇ, ਤਾਂ ਸਾਧ ਸੰਗਤ ਜੀ, ਪੰਜਾਬ ਦੇ ਕੰਨੀ ਉਦੋਂ ਦੋ ਆਵਾਜ਼ਾਂ ਦਾ ਜ਼ਿਕਰ ਹੈ। ਇੱਕ ਤਾਂ ਜਦੋਂ ਜਰਵਾਣੇ ਆਉਂਦੇ ਸਨ, ਉਹਨਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼, ਜਦੋਂ ਵਾਪਸ ਜਾਂਦੇ ਸਨ ਤਾਂ ਭਾਰਤ ਦੀਆਂ ਬਹੂ ਬੇਟੀਆਂ ਦੇ ਰੋਣ ਕਰਲਾਉਣ ਦੀ ਆਵਾਜ਼ ਆਉਂਦੀ ਸੀ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਦੇ, ਜ਼ਿੰਦਗੀ ਦੇ, ਜਦੋਂ ਅਸੀਂ ਸੰਸਾਰਕ ਤੌਰ 'ਤੇ ਦੇਖਦੇ ਹਾਂ ਤਾਂ ਛੋਟੀ ਉਮਰ ਦੇ ਵਿੱਚ ਹੀ ਉਹ ਮਹਾਨ ਕਾਰਜ ਆਰੰਭ ਕਰ ਦਿੱਤੇ, ਜਿਨ੍ਹਾਂ ਕਾਰਜਾਂ ਦਾ ਹੀ, ਜਿਸ ਆਵਾਜ਼ ਦਾ ਸਦਕਾ ਹੈ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਸਿਰਜੀ ਹੋਈ ਉਹ ਕੌਮ ਜਿੱਥੇ ਜਾ ਕੇ ਖਲੋ ਜਾਂਦੀ ਹੈ, ਉੱਥੇ ਹਰ ਸਮੇਂ ਫਤਿਹ ਨਸੀਬ ਹੁੰਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਰਿਵਾਰਕ ਰੀਤੀ ਦੇ ਅਨੁਸਾਰ ਪਰਿਵਾਰ ਦੇ ਲੋਕਾਂ ਨੇ ਜਨੇਊ ਦੀ ਰਸਮ ਅਦਾ ਕਰਨ ਲਈ ਬਿਠਾਇਆ, ਪੰਡਤ ਨੂੰ ਸੱਦਿਆ, ਪਰਿਵਾਰ ਦੇ ਜੀਅ ਬੈਠੇ, ਤਾਂ ਮਹਾਰਾਜ ਨੇ ਕੋਰਾ ਇਨਕਾਰ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਮੈਂ ਇਸ ਜਨੇਊ ਦਾ ਧਾਰਨੀ ਨਹੀਂ, ਮੈਂ ਇਸ ਜਨੇਊ ਨੂੰ ਤੁਸੀਂ ਧੱਕੇ ਨਾ ਪਾ ਰਹੇ ਹੋ, ਮੈਂ ਪ੍ਰਵਾਨ ਨਹੀਂ ਕਰਦਾ। ਸੰਗਤ ਜੀ, ਇਹ ਗੱਲ ਯਾਦ ਰੱਖੀਏ, ਗੁਰੂ ਨਾਨਕ ਦੇ ਸਿਧਾਂਤ ਦਾ, ਘਰ ਦਾ ਇਹ ਸਿਧਾਂਤ ਹੈ ਕਿ ਇੱਥੇ ਨਾ ਜ਼ੁਲਮ ਕੀਤਾ ਗਿਆ ਤੇ ਨਾ ਜ਼ੁਲਮ ਨੂੰ ਦੇਖ ਕੇ ਸਹਾਰਿਆ ਗਿਆ। 9 ਸਾਲ ਦੀ ਉਮਰ ਗੁਰੂ ਨਾਨਕ ਸਾਹਿਬ ਦੀ, ਮਹਾਰਾਜ ਕਹਿਣ ਲੱਗੇ ਧੱਕੇ ਨਾ ਪਾਇਆ ਹੋਇਆ ਜਨੇਊ ਪ੍ਰਵਾਨ ਨਹੀਂ। 10ਵੇਂ ਸਤਿਗੁਰਾਂ ਦੇ ਜਦੋਂ ਮਹਾਰਾਜ ਦੇ ਜੀਵਨ ਦਾ ਸਮਾਂ ਆਉਂਦਾ ਹੈ, ਗੁਰੂ ਨਾਨਕ ਦੇ ਉਸ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਉਮਰ 9 ਸਾਲ ਦੀ ਹੈ, ਤਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਭਾਰਤ ਦੇ ਉਸ ਹਿੱਸੇ ਦੇ ਵਿੱਚੋਂ, ਜਿਸ ਹਿੱਸੇ ਨੂੰ ਵਿਦਵਾਨਾਂ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਸੀ, ਧਰਤੀ ਦਾ ਸਵਰਗ ਆਖਿਆ ਜਾਂਦਾ ਸੀ, ਕਸ਼ਮੀਰ ਦੇ ਇਲਾਕੇ ਵਿੱਚੋਂ ਦੁਖਿਆਰੇ ਪੰਡਤ ਬ੍ਰਾਹਮਣ ਜਿਹੜੇ ਨੇ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਨੇ। ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ। ਮਹਾਰਾਜ ਦੇ ਚਰਨਾਂ ਵਿੱਚ ਸਾਰੀ ਵਿਥਿਆ ਉਹਨਾਂ ਨੇ ਦੱਸੀ
ਔਰ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ। ਉੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਭਾਰਤ ਦੀ ਉਸ ਪਾਸੇ ਅਸਾਮ ਵਾਲੇ ਪਾਸੇ ਦੀ ਯਾਤਰਾ ਨੂੰ ਸਮਾਪਤ ਕਰਕੇ ਅਨੰਦਪੁਰ ਸਾਹਿਬ ਪਹੁੰਚੇ ਸਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਿਥਿਆ ਨੂੰ ਸੁਣਿਆ। ਗੋਬਿੰਦ ਰਾਏ ਜੀ ਦੀ ਉਮਰ ਵੀ ਉਦੋਂ 9 ਸਾਲ ਦੀ ਹੈ। ਜਦੋਂ ਸਾਰਾ ਕੁਝ ਸਾਹਮਣੇ ਦੇਖਿਆ, ਪਿਤਾ ਜੀ ਨੂੰ ਸਵਾਲ ਕੀਤਾ। ਮਹਾਰਾਜ ਕਹਿਣ ਲੱਗੇ, ਕਿਸੇ ਵੱਡੇ ਮਹਾਂਪੁਰਖ ਦੀ ਹੁਣ ਇਹਨਾਂ ਨੂੰ ਜ਼ਰੂਰਤ ਹੈ। ਪਿਤਾ ਜੀ, ਤੁਹਾਡੇ ਤੋਂ ਵੱਡੇ ਕੌਣ ਹੋ ਸਕਦੇ ਨੇ ਇਹਨਾਂ ਦੇ ਧਰਮ ਦੀ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਵਾਲੇ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਲਾਨੀਆ ਕਹਿ ਦਿੱਤਾ, ਜਾਓ ਜੇ ਔਰੰਗਜ਼ੇਬ ਸਾਨੂੰ ਧਰਮ ਤਬਦੀਲ ਕਰਵਾ ਲਵੇ ਤਾਂ ਉਹਨਾਂ ਨੂੰ ਇਹ ਗੱਲ ਔਰੰਗਜ਼ੇਬ ਨੂੰ ਦੱਸ ਦਿਓ, ਅਸੀਂ ਸਾਰੇ ਧਰਮ ਤਬਦੀਲ ਕਰਨ ਨੂੰ ਤਿਆਰ ਹਾਂ। ਉੱਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ 9 ਸਾਲ ਦੀ ਉਮਰ ਵਿੱਚ ਨੇ। ਸਾਖੀਕਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਦੀ ਰਸਮ ਜਨੇਊ ਪਾਉਣ ਤੋਂ ਇਨਕਾਰ ਕੀਤਾ ਤੇ 9 ਸਾਲ ਦੀ ਉਮਰ ਅੰਦਰ ਹੀ ਗੋਬਿੰਦ ਰਾਏ ਜੀ ਉਸ ਜਨੇਊ ਦੀ ਰੱਖਿਆ ਲਈ ਪਿਤਾ ਜੀ ਨੂੰ ਤੋਰ ਰਹੇ ਨੇ। ਕਿਉਂਕਿ ਮਹਾਰਾਜ ਨੇ ਆਪ ਇਸ ਗੱਲ ਦਾ ਜ਼ਿਕਰ ਕੀਤਾ ਹੈ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਤਿਲਕ ਤੇ ਜੰਨੂ ਦੀ ਰਾਖੀ ਲਈ ਸਾਧ ਸੰਗਤ ਜੀ ਯਾਦ ਰੱਖੀਏ, ਕੁਝ ਲੋਕ ਅੱਜ ਵੀ ਦਾਅਵਾ ਕਰਦੇ ਨੇ ਔਰ ਪੰਜਾਬ ਦੇ ਅੰਦਰ ਫਿਰਕਾ ਪ੍ਰਸਤੀ ਵਾਲੇ ਜਿਹੜੇ ਲੋਕ ਰਹਿੰਦੇ ਨੇ ਉਹ ਅਕਸਰ ਟੀਵੀ ਚੈਨਲਾਂ ਲਈ ਇਹ ਗੱਲ ਆਖਦੇ ਨੇ ਕਿ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਸਾਰੇ ਹਿੰਦੂ ਸਨ ਔਰ ਇਹਨਾਂ ਨੇ ਆਪਣੀ ਰੱਖਿਆ ਲਈ ਆਪ ਕੁਰਬਾਨੀਆਂ ਦਿੱਤੀਆਂ। ਐਸਾ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਿਦਵਾਨ ਕਹਿੰਦੇ ਨੇ, ਜੇ ਇਹੀ ਉਲਟਾ ਸਨਾਤਨ ਧਰਮ ਵੱਲੋਂ ਹਿੰਦੂ ਜਗਤ ਵੱਲੋਂ ਇਸਲਾਮ ਜਗਤ 'ਤੇ ਜ਼ੁਲਮ ਹੁੰਦਾ ਤਾਂ ਮਹਾਰਾਜ ਉਹਨਾਂ ਲਈ ਵੀ ਆਪਣੀ ਸ਼ਹਾਦਤ ਦੇ ਸਕਦੇ ਸਨ। ਗੁਰੂ ਨਾਨਕ ਦਾ ਸਿਧਾਂਤ ਹੈ, ਨਾ ਕਿਸੇ ਨੂੰ ਭੈ ਦੇਣਾ ਹੈ ਨਾ ਭੈ ਲੈਣਾ ਹੈ। ਔਰ ਮਹਾਰਾਜ ਦਾ ਸਿਧਾਂਤ ਰਿਹਾ ਹੈ ਜ਼ੁਲਮ ਤੇ ਜ਼ਾਲਮ ਨੂੰ ਰੋਕਣਾ। ਵੱਧਦੇ ਹੋਏ ਜ਼ੁਲਮ ਨੂੰ ਰੋਕਣ ਦੇ ਲਈ, ਜ਼ਾਲਮ ਦੇ ਵੱਧਦੇ ਹੋਏ ਕਦਮਾਂ ਨੂੰ ਰੋਕਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ। ਸਤਿਗੁਰਾਂ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਦੀਆਂ ਸ਼ਹਾਦਤਾਂ ਹੋਈਆਂ। ਔਰ ਇਹ ਗੱਲ ਆਪਾਂ ਯਾਦ ਰੱਖੀਏ, ਗੁਰੂ ਨਾਨਕ ਦੇ ਦਰ ਦੀ ਨਾਮ ਦੀ ਉਹ ਚੜ੍ਹੀ ਹੋਈ ਰੰਗਣਾ, ਨਾਮ ਦੀ ਚੜ੍ਹੀ ਹੋਈ ਲਾਲੀ ਜਿਹੜੀ ਸੀ, ਉਹ ਜ਼ਾਲਮ ਉਹਨਾਂ ਦੇ ਹਿਰਦਿਆਂ ਤੋਂ ਉਤਾਰ ਨਹੀਂ ਸਕੇ। ਭਾਵੇਂ ਉਹਨਾਂ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ, ਆਰੇ ਨਾਲ ਚੀਰ ਦਿੱਤਾ ਗਿਆ, ਰੂਹ ਵਿੱਚ ਬੰਨ੍ਹ ਕੇ ਸਾੜ ਕੇ ਸ਼ਹੀਦ ਕੀਤਾ ਗਿਆ, ਪਰ ਮਹਾਰਾਜ ਦੇ ਪਾਵਨ ਬਚਨ ਨੇ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ, ਹਰ ਰੰਗ ਚਲੂਲੈ ਰੰਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨ ਲਹੈ ਸੁਭਾਗਾ। ਦੁਫਾੜ ਹੋ ਗਏ ਸਰੀਰ ਪਰ ਅੰਮ੍ਰਿਤ ਬਾਣੀ ਦਾ ਚੜ੍ਹਿਆ ਹੋਇਆ ਰੰਗ ਨਹੀਂ ਉਤਾਰ ਸਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ। ਭਾਈ ਲੱਖੀ ਸ਼ਾਹ ਵਣਜਾਰੇ ਨੂੰ ਅਸੀਂ ਸਦਾ ਯਾਦ ਰੱਖਾਂਗੇ। ਪਾਵਨ ਸਤਿਗੁਰਾਂ ਦੇ ਧੜ ਦਾ ਅੰਤਮ ਸੰਸਕਾਰ ਦਿੱਲੀ ਦੇ ਅੰਦਰ ਉਹਨਾਂ ਆਪਣੇ ਘਰ ਵਿੱਚ ਕੀਤਾ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਮੌਜੂਦ ਹੈ। ਭਾਈ ਜੈਤਾ ਜੀ ਉਸ ਵੱਡੇ ਸਮੇਂ ਦੇ ਵਿੱਚ ਜਦੋਂ ਦਿੱਲੀ ਦੇ ਅੰਦਰ ਕੋਈ ਸਾਹਮਣੇ ਆਉਣ ਲਈ ਤਿਆਰ ਨਹੀਂ ਸੀ, ਮਹਾਰਾਜ ਦਾ ਪਵਿੱਤਰ ਸੀਸ ਲੈ ਕੇ ਦਾਹੋ ਦਾਹੀ ਅਨੰਦਪੁਰ ਸਾਹਿਬ ਪਹੁੰਚੇ। ਮਹਾਰਾਜ ਦੇ ਸੀਸ ਦਾ ਅੰਤਮ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਜਿੱਥੇ ਭਾਈ ਜੈਤਾ ਜੀ ਨੂੰ ਗਲਵੱਕੜੀ ਵਿੱਚ ਲਿਆ, ਆਪਣਾ ਪਿਆਰਾ ਬੇਟਾ ਆਖਿਆ, ਉਹੀ ਭਾਈ ਜੈਤਾ ਜੀ ਮਹਾਰਾਜ ਦੇ ਦਰ ਦੇ ਮਹਾਨ ਬਹਾਦਰ ਯੋਧੇ ਹੋਏ, ਜਿਨ੍ਹਾਂ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ। ਦਸ਼ਮੇਸ਼ ਪਿਤਾ ਦੇ ਕੋਲ ਭਾਈ ਲੱਖੀ ਸ਼ਾਹ ਵਣਜਾਰਾ ਵੀ ਅਨੰਦਪੁਰ ਸਾਹਿਬ ਪਹੁੰਚਦੇ ਨੇ। ਮਹਾਰਾਜ ਨੇ ਦਿੱਲੀ ਦੇ ਹਾਲਾਤ ਪੁੱਛੇ ਔਰ ਸਤਿਗੁਰਾਂ ਨੇ ਪਿਤਾ ਜੀ ਦੀ ਸ਼ਹਾਦਤ ਨੂੰ ਇੱਕ ਜੇਤੂ ਯੋਧੇ ਦੇ ਅੰਦਾਜ਼ ਅੰਦਰ ਆਪ ਬਿਆਨ ਕੀਤਾ। ਜਦੋਂ ਮਹਾਰਾਜ ਦੇ ਬਚਨ ਆਉਂਦੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸਰਲੋਕ। ਮਹਾਰਾਜ ਨੂੰ ਜਦੋਂ ਭਾਈ ਲੱਖੀ ਸ਼ਾਹ ਨੇ ਸਾਰੀ ਉੱਥੋਂ ਦੀ ਵਿਥਿਆ ਸੁਣਾਈ ਤਾਂ ਮਹਾਰਾਜ ਕਹਿਣ ਲੱਗੇ, ਹੁਣ ਗੁਰੂ ਨਾਨਕ ਦੇ ਦਰ ਦੀ ਉਸ ਮਰਜ਼ਾਦਾ ਨੂੰ, ਉਸ ਸਨਾਤ ਨੂੰ ਮੈਂ ਪ੍ਰਗਟ ਕਰਾਂਗਾ ਜਿਸ ਦੀ ਨੀਂਹ ਮਹਾਰਾਜ ਆਪ ਰੱਖ ਗਏ ਨੇ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹੇ ਸਨ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੇ। ਭਾਈ ਸੰਤੋਖ ਸਿੰਘ ਹੋਰਾਂ ਨੇ ਉਸ ਸਮੇਂ ਦੀ ਵਾਰਤਾ ਨੂੰ ਆਪਣੀ ਕਲਮ ਦੇ ਨਾਲ ਲਿਖਿਆ ਹੈ। ਮਹਾਰਾਜ ਨੇ ਜਦੋਂ ਭਾਈ ਲੱਖੀ ਸ਼ਾਹ ਦੀ ਰਸਨਾ ਤੋਂ ਬੋਲ ਸੁਣੇ, ਉੱਥੋਂ ਦੇ ਹਾਲਾਤ ਸੁਣੇ, ਤਾਂ ਮਹਾਰਾਜ ਨੇ ਐਲਾਨੀਆਂ ਇਹ ਗੱਲ ਆਖੀ, ਸ੍ਰੀ ਗੋਬਿੰਦ ਸਿੰਘ ਸੁਨ ਕਰ ਐਸੇ, ਗਰਜਤ ਬੋਲੇ ਜਲ ਧਰ ਜੈਸੇ, ਇਸ ਬਿਦ ਕੋ ਅਵ ਪੰਥ ਬਨਾਵੋ, ਸਗਲ ਜਗਤ ਮੈਂ ਬਹੁ ਬਿਦ ਤਾਵੋ, ਲਾਖੋਂ ਜਾਕੇ ਮੇਰੇ ਏਕ ਥਿਕਾਏ। ਮਹਾਰਾਜ ਕਹਿਣ ਲੱਗੇ, ਇਵੇਂ ਮਹਾਰਾਜ ਦੀ ਆਵਾਜ਼ ਗਰਜਵੀਂ ਆਈ ਜਿਵੇਂ ਬੱਦਲ ਗੱਜਦੇ ਨੇ। ਮਹਾਰਾਜ ਕਹਿੰਦੇ, ਲੱਖਾਂ ਮਨੁੱਖ ਇਕੱਠੇ ਹੋ ਜਾਣਗੇ, ਮੇਰੇ ਖਾਲਸੇ ਦੀ ਵੱਖਰੀ ਪਹਿਚਾਣ ਹੋਵੇਗੀ, ਉਹ ਛੁਪਾਇਆ ਵੀ ਛੁਪ ਨਹੀਂ ਸਕੇਗਾ। ਸੰਗਤ ਜੀ, ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ 1699 ਦੀ ਈਸਵੀ ਨੂੰ ਵੱਡਾ ਇਕੱਠ ਸੱਦਿਆ, ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਿੰਘ ਬਣਾਇਆ। ਆਪ ਮਹਾਰਾਜ ਨੇ ਉਹ ਦਾਤ ਪ੍ਰਾਪਤ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਜਿਆ ਹੋਇਆ ਇਹ ਖਾਲਸਾ ਜਿਹੜਾ ਸੀ, ਲਗਾਤਾਰ ਨਿਰੰਤਰ ਹੀ ਜਿੱਤਾਂ ਪ੍ਰਾਪਤ ਕਰਦਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਜੀਵਨ ਕਾਲ ਦੌਰਾਨ ਮਹਾਰਾਜ ਤਾਂ ਅੱਜ ਵੀ ਹਾਜ਼ਰ ਨੇ। ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਅਸੀਂ ਕਰਦੇ ਹਾਂ। ਸਰੀਰਕ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਮਹਾਰਾਜ ਨੇ 14 ਵੱਡੇ ਧਰਮ ਯੁੱਧ ਲੜੇ ਨੇ। ਹਰ ਯੁੱਧ ਦੇ ਅੰਦਰ ਮਹਾਰਾਜ ਜੀ ਨੂੰ ਫਤਿਹ ਪ੍ਰਾਪਤ ਹੋਈ ਔਰ ਕਿੰਨੇ ਮਹਾਨ ਮਹਾਰਾਜ ਦੇ ਬਹਾਦਰ ਯੋਧੇ ਹੋਏ ਨੇ। ਔਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰ ਸੁਣਨੀ ਹੈ, ਕਰਨੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਰ ਸਮੇਂ ਇਹ ਬਚਨ ਕਹੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਖਾਲਸੇ ਦੀ ਸਿਰਜਣਾ ਔਰ ਖਾਲਸੇ ਦੀਆਂ ਉਹ ਜਿਹੜੀਆਂ ਜਿੱਤਾਂ ਸਨ ਸੰਗਤ ਜੀ, ਉਹ ਹਰ ਸਦੀ ਦੇ ਅੰਦਰ ਅੱਗੇ ਵਧਦੀਆਂ ਗਈਆਂ। ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਥਾਪਿਤ ਹੋਇਆ। ਵੱਖਰੀ ਗੱਲ ਹੈ, ਕੁਝ ਸਮੇਂ ਦੇ ਨਾਲ ਹਾਲਾਤ ਬਦਲੇ, ਕੁਝ ਡੋਗਰਿਆਂ ਦੇ, ਕੁਝ ਆਪਣਿਆਂ ਦੇ ਕਰਕੇ ਉਹ ਰਾਜ ਦਾ ਪਤਨ ਹੋਇਆ। ਪਰ ਜਦੋਂ ਅੱਜ ਦੇ ਸੰਦਰਭ ਅੰਦਰ ਅਸੀਂ ਗੱਲ ਕਰਦੇ ਹਾਂ, ਜਿਸ ਮੋਰਚੇ ਦੀ ਫਤਿਹ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਜੁੜੇ ਹਾਂ, ਇਹਦਾ ਸਿਹਰਾ ਵੀ ਅੱਜ ਦੁਨੀਆ ਦੇ ਅੰਦਰ ਭਾਵੇਂ ਕਿ ਭਾਰਤ ਦੇ ਹਰ ਉਸ ਕਿਸਾਨ ਨੇ, ਹਰ ਉਸ ਮਜ਼ਦੂਰ ਨੇ ਲੜਿਆ ਹੈ ਜਿਹੜਾ ਖੇਤੀ ਦੇ ਨਾਲ ਸੰਬੰਧ ਰੱਖਦਾ ਹੈ, ਬਲਕਿ ਹਰ ਭਾਰਤ ਦੇ ਵਾਸੀ ਨੇ, ਭਾਰਤ ਦੀ ਉਸ ਹਕੂਮਤ ਤੋਂ ਸਤਾਏ ਹੋਏ ਲੋਕਾਂ ਨੇ
ਇਸ ਸੰਘਰਸ਼ ਦੇ ਅੰਦਰ ਹਿੱਸਾ ਲਿਆ। ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਸਿੱਖਾਂ ਨੇ ਬਲਕਿ ਦੂਸਰੇ ਲੋਕਾਂ ਨੇ ਵੀ ਇਸ ਆਵਾਜ਼ ਨੂੰ ਅੱਗੇ ਤੱਕ ਪਹੁੰਚਾਇਆ। ਔਰ ਆਖਰ ਤੇ ਸੰਗਤ ਜੀ, ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਭਾਵੇਂ ਯੂਪੀ ਤੋਂ ਹਰਿਆਣੇ ਤੋਂ ਨੇ, ਇਹ ਗੱਲ ਪ੍ਰਵਾਨ ਕਰ ਚੁੱਕੇ ਨੇ ਕਿ ਜੇਕਰ ਇਸ ਕਿਸਾਨ ਅੰਦੋਲਨ ਨੂੰ ਸਫਲਤਾ ਮਿਲੀ ਹੈ ਤਾਂ ਉਹ ਸਿੱਖ ਕੌਮ ਦੇ ਕਾਰਨ ਮਿਲੀ ਹੈ। ਉਹਨਾਂ ਦੀ ਆਪਣੀ ਕੱਲ੍ਹ ਦੀ ਸਟੇਟਮੈਂਟ ਸੀ ਬੰਗਲਾ ਸਾਹਿਬ ਤੋਂ ਕਿਸਾਨ ਯੂਨੀਅਨ ਯੂਪੀ ਵੱਲੋਂ ਕਿ ਕਿਸੇ ਵੀ ਹੋਰ ਮੰਦਰ ਦੇ ਆਗੂ ਨੇ ਆਣ ਕੇ ਸਾਨੂੰ ਲੰਗਰ ਲਈ ਜਾਂ ਕਿਸੇ ਹੋਰ ਸਹੂਲਤ ਲਈ ਇੱਕ ਵਾਰ ਪੁੱਛਿਆ ਤੱਕ ਨਹੀਂ। ਕੌਮ ਦੇ ਉਹਨਾਂ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਨੇ ਆਪਣਾ ਤਨ ਮਨ ਧਨ ਸਾਰਾ ਸਮਰਪਿਤ ਕਰ ਦਿੱਤਾ। ਉਸ ਦਿੱਲੀ ਦੇ ਹਕੂਮਤ ਦੇ ਸਾਹਮਣੇ ਜਿਹੜਾ ਲੱਗਿਆ ਹੋਇਆ ਮੋਰਚਾ ਸੀ, ਸੋ ਮਹਾਰਾਜ ਨੇ ਕਿਰਪਾ ਕੀਤੀ। ਇਸ ਸੰਘਰਸ਼ ਦੇ ਦੌਰਾਨ 700 ਤੋਂ ਵੱਧ ਜਿਹੜੇ ਨੇ ਉੱਥੇ ਕਿਸਾਨ ਸ਼ਹੀਦ ਹੋਏ ਨੇ। ਔਰ ਉਹਨਾਂ ਦੀਆਂ ਸ਼ਹਾਦਤਾਂ ਨੂੰ ਇੱਕ ਪੱਖ ਮਹਾਰਾਜ ਨੇ ਹੋਰ ਬਖਸ਼ਿਆ। ਬੜੇ ਲੰਮੇ ਸਮੇਂ ਤੋਂ ਭਾਵੇਂ ਸੰਘਰਸ਼ ਭਾਰਤ ਦੀ ਧਰਤੀ 'ਤੇ ਚੱਲ ਰਹੇ ਸਨ ਔਰ ਸੰਘਰਸ਼ ਆਪਣੀ ਆਪਣੀ ਨੀਤੀ ਦੇ ਅਨੁਸਾਰ ਚੱਲੇ, ਕਾਮਯਾਬੀਆਂ ਵੀ ਹੋਈਆਂ, ਕੁਝ ਸੰਘਰਸ਼ ਜਿਹੜੇ ਰਸਤਿਆਂ ਵਿੱਚ ਰੁਕ ਵੀ ਗਏ, ਅੱਜ ਵੀ ਰੁਕੇ ਹੋਏ ਨੇ। ਭਾਵੇਂ ਧਰਮ ਯੁੱਧ ਮੋਰਚੇ ਦੀ ਗੱਲ ਕਰ ਲਈਏ, ਹੋਰ ਇਸ ਤਰ੍ਹਾਂ ਦੇ ਸਾਡੇ ਮਸਲੇ ਅਜੇ ਵਿੱਚ ਨੇ। ਪਰ ਸੰਗਤ ਜੀ, ਇਹ ਪਹਿਲਾ ਮੋਰਚਾ ਸੀ। ਮੈਂ ਸਮਝਦਾ ਹਾਂ ਜੇ 26 ਜਨਵਰੀ ਨੂੰ ਜੋ ਕੁਝ ਦਿੱਲੀ ਦੇ ਵਿੱਚ ਹੋਇਆ, ਗੁਰੂ ਕੀਆਂ ਲਾਡਲੀਆਂ ਫੌਜਾਂ, ਦਸ਼ਮੇਸ਼ ਪਿਤਾ ਦੇ ਲਾਡਲੇ ਨਿਹੰਗ ਸਿੰਘ ਨਾ ਹੁੰਦੇ ਤਾਂ ਉਦਣ ਵੀ ਬਹੁਤ ਸਾਰੇ ਨੌਜਵਾਨ ਬੱਚੇ ਉਸ ਹਕੂਮਤ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਜਾਣੇ ਸਨ। ਜਿੱਥੇ ਇੱਕ ਸਾਡਾ ਨੌਜਵਾਨ ਯੂਪੀ ਤੋਂ ਸਿੱਖ ਸ਼ਹੀਦ ਹੋਇਆ, ਬਹੁਤ ਸਾਰੇ ਬੱਚੇ ਸ਼ਹੀਦ ਹੋਣੇ ਸਨ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਫੌਜ ਨੇ ਕੰਧ ਬਣ ਕੇ, ਧਿਰ ਬਣ ਕੇ, ਭਾਵੇਂ ਕਿ ਉੱਥੇ ਬੈਠੇ ਹੋਏ ਕੁਝ ਲੋਕ ਇਹ ਗੱਲ ਵਾਰ-ਵਾਰ ਆਖਦੇ ਸਨ ਕਿ ਤੁਸੀਂ ਪਿੱਛੇ ਹਟ ਜਾਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਉੱਥੇ ਸਰੂਪ ਪ੍ਰਕਾਸ਼ਮਾਨ ਰਹੇ। ਮਹਾਰਾਜ ਦੀ ਅਗਵਾਈ ਦੇ ਵਿੱਚ ਇਹ ਸੰਘਰਸ਼ ਜਿਹੜਾ ਲੜਿਆ ਗਿਆ, ਆਖਰ ਤੇ ਮਹਾਰਾਜ ਨੇ ਕਿਰਪਾ ਕੀਤੀ। ਔਰ ਜਿਹੜੇ ਬੋਲ ਆਉਂਦੇ ਨੇ ਸ਼ਾਹ ਮੁਹੰਮਦ ਦੇ, ਉਹ ਕਹਿੰਦੇ ਸ਼ਾਹ ਮੁਹੰਮਦ ਦਾ ਅੰਤ ਨੂੰ ਸੋਈ ਹੋਸੀ, ਜੋ ਕਰੂਗਾ ਖਾਲਸਾ ਪੰਥ ਮੀਆਂ, ਉਹੀ ਅੰਤ ਨੂੰ ਹੋਇਆ। ਮੈਂ ਸਮਝਦਾ ਹਾਂ ਉਸ ਸੰਘਰਸ਼ ਨੇ ਬਹੁਤ ਸਾਰਾ ਮਾਣ ਜਿਹੜਾ ਹੈ ਕੌਮ ਨੂੰ ਦਿੱਤਾ ਹੈ। ਬਸ ਉਸ ਮਾਣ ਨੂੰ ਅੱਜ ਸੰਭਾਲ ਲਈਏ, ਉਸ ਸਨਮਾਨ ਨੂੰ ਅੱਜ ਸੰਭਾਲ ਲਈਏ, ਸੁਚੇਤ ਰਹੀਏ, ਮਤ ਭੁੱਲੀਏ ਕਿ ਹਕੂਮਤ ਨੇ ਕਾਨੂੰਨ ਵਾਪਸ ਲੈ ਲਏ ਨੇ। ਔਰ ਇਹ ਜਿਹੜੀ ਭਾਰਤ ਦੀ ਧਰਤੀ 'ਤੇ ਇਸ ਵੇਲੇ ਰਾਜ ਭਾਗ ਕਰ ਰਹੀ ਹਕੂਮਤ ਹੈ, ਇਹ ਸਾਡੇ ਲਈ ਹੋਰ ਬਹੁਤ ਕੁਝ ਚੰਗਾ ਕਰਨ ਜਾ ਰਹੀ ਹੈ। ਇਹਨਾਂ ਦੇ ਜਿਹੜੇ ਏਜੰਡੇ ਨੇ RSS ਦੇ, 2004 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਬੜਾ ਸਪਸ਼ਟ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜੀ ਹੁਣਾਂ ਵੱਲੋਂ ਇਹ ਭਾਰਤ ਦੇ ਅੰਦਰ ਫਿਰਕਾ ਪ੍ਰਸਤ ਸੰਸਥਾ ਹੈ ਔਰ ਇਹ ਧਰਮਾਂ ਦੀ ਲੜਾਈ, ਧਰਮਾਂ ਦੀ ਵੰਡ ਕਰਵਾਵੇਗੀ। ਇਸ ਤੋਂ ਕੌਮ ਸਦਾ ਸੁਚੇਤ ਰਹੇ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਏਜੰਡਿਆਂ ਦੇ ਹਿੱਸੇ ਨੇ ਔਰ ਉਹਨਾਂ ਤੋਂ ਅਸੀਂ ਕਿਵੇਂ ਸੁਚੇਤ ਰਹਿਣਾ ਹੈ, ਉਹਦੇ ਲਈ ਬਸ ਇੱਕ ਗੱਲ ਯਾਦ ਰੱਖੀਏ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਗੁਰਮੁਖਾਂ ਵਾਂਗ ਪਿਆਰ ਨਾਲ ਸਾਰੇ ਜਿਵੇਂ 1 ਸਾਲ ਲਗਾਤਾਰ ਆਪਾਂ ਉੱਥੇ ਬੜਾ ਮਾਣ ਦਿੱਤਾ ਔਰ ਵੱਡੇ ਭਰਾਵਾਂ ਵਾਲਾ ਮਾਣ ਉੱਥੋਂ ਦੇ ਹਰਿਆਣੇ ਦੇ, ਯੂਪੀ ਦੇ, ਮੱਧ ਪ੍ਰਦੇਸ਼, ਭਾਰਤ ਦੇ ਸਾਰੇ ਕਿਸਾਨਾਂ ਨੇ, ਪੰਜਾਬ ਦੇ ਉਹਨਾਂ ਗੁਰੂ ਦੇ ਪਿਆਰੇ ਕਿਰਤੀ ਕਿਸਾਨਾਂ ਦੀ ਜਿਹੜੇ ਕਿਰਤ ਕਰਨ ਵਾਲੇ ਨੇ, ਉਹਨਾਂ ਦੀ ਅਗਵਾਈ ਨੂੰ ਪ੍ਰਵਾਨ ਕੀਤਾ ਹੈ। 1984 ਤੋਂ ਲੈ ਕੇ ਜਿਹੜੇ ਭਾਰਤ ਦੀ ਧਰਤੀ ਅੰਦਰ ਸਿੱਖਾਂ ਦੇ ਹਾਲਾਤ ਬਣੇ,
ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਦਿੱਲੀ ਦੇ ਅੰਦਰ, ਦਿੱਲੀ ਤੋਂ ਬਾਹਰ ਸ਼ਹਿਰਾਂ ਦੇ ਵਿੱਚ, ਤੇ ਕੌਮ ਨੂੰ ਪੂਰੇ ਤੌਰ ਤੇ ਇੰਨਾ ਕੁ ਬਦਨਾਮ ਕਰਨ ਦਾ ਯਤਨ ਕੀਤਾ ਭਾਰਤੀ ਏਜੰਸੀਆਂ ਨੇ। ਅੱਜ ਸਾਧ ਸੰਗਤ ਜੀ, ਭਾਰਤ ਦੇ ਅੰਦਰ ਵਸਣ ਵਾਲੇ ਜਿਹੜੇ ਉਹ ਲੋਕ ਨੇ, ਜਿਹੜੇ ਪਿਆਰ ਚਾਹੁੰਦੇ ਨੇ, ਜਿਹੜੇ ਏਕਤਾ ਚਾਹੁੰਦੇ ਨੇ, ਔਰ ਉਹ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਇਸ ਗੱਲ ਦਾ ਮਾਣ ਹੈ। ਵਾਰ-ਵਾਰ ਉਹ ਆਪਣੀਆਂ ਉਹਨਾਂ ਸਟੇਟਮੈਂਟਾਂ ਦੇ ਰਾਹੀਂ ਦੱਸ ਰਹੇ ਨੇ ਕਿ ਜੋ ਸਿੱਖਾਂ ਨੇ ਦਿੱਲੀ ਦੇ ਅੰਦਰ ਸੰਘਰਸ਼ ਦੌਰਾਨ ਸੇਵਾਵਾਂ ਕੀਤੀਆਂ ਨੇ, ਉਹ ਕਦੀ ਭੁਲਾਈਆਂ ਨਹੀਂ ਜਾ ਸਕਦੀਆਂ। ਉਸ ਮਾਣ ਨੂੰ, ਉਸ ਸਨਮਾਨ ਨੂੰ ਜੇ ਅਸੀਂ ਕਾਇਮ ਰੱਖਣਾ ਹੈ ਤਾਂ ਸਾਰੇ ਇੱਕ ਹੋ ਜਾਈਏ, ਇੱਕ ਹੋ ਜਾਈਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਟੈਂਡੇ ਸਿਮਰਨ ਹਬ ਕਿਛ ਲੱਦਮ, ਬਿਖਮ ਨ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਜਿਹਦੀ ਮਾਲਕ ਇੱਜ਼ਤ ਰੱਖਦਾ ਹੈ, ਪ੍ਰਭੂ ਪਰਮੇਸ਼ਰ ਦੀ ਇੱਜ਼ਤ ਰੱਖਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਜ਼ਤ ਬਚਾਈ ਸੀ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਉਹੀ ਇੱਜ਼ਤ ਫਿਰ ਬਖਸ਼ੀ ਹੈ। ਮਹਾਰਾਜ ਕਿਰਪਾ ਕਰਨ, ਸਤਿਗੁਰਾਂ ਦੀਆਂ ਇਸ ਬਖਸ਼ਿਸ਼ਾਂ ਨੂੰ ਅਸੀਂ ਅੱਜ ਸਾਰੇ ਸਾਂਝੇ ਰੂਪ ਅੰਦਰ ਸਤਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਾਂ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰਾਂ ਦੇ ਸਿਧਾਂਤ, ਗੁਰੂ ਕੇ ਪਾਵਨ ਬਚਨ ਸਦਾ ਯਾਦ ਰੱਖਿਆ ਕਰੀਏ। ਕੌਮ ਦੇ ਸਿਧਾਂਤ ਨੇ, ਕੌਮ ਦੀ ਮਰਜ਼ਾਦਾ ਹੈ। ਦੂਸਰੇ ਧਰਮਾਂ ਦਾ ਸਤਿਕਾਰ ਕਰਦਿਆਂ ਅਸੀਂ ਆਪਣੇ ਧਰਮ ਵਿੱਚ ਪਰਪੱਕ ਹੋ ਜਾਈਏ, ਜਿਸ ਕਰਕੇ ਸਦਾ ਸਦਾ ਸਾਨੂੰ ਵਡਿਆਈਆਂ ਤੇ ਖੁਸ਼ੀਆਂ ਮਾਲਕ ਦੇ ਦਰ ਤੋਂ ਮਿਲਦੀਆਂ ਰਹਿਣਗੀਆਂ ਜੀ। ਬੇਅੰਤ ਭੁੱਲਾਂ ਹੋਈਆਂ ਖਿਮਾ ਕਰਨੀ। ਆਓ ਸਾਧ ਸੰਗਤ ਜੀ, ਅੱਜ ਦੇ ਇਸ ਮਹਾਨ ਦਿਹਾੜੇ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਸੋ ਅਗਲੇ ਪ੍ਰੋਗਰਾਮ ਵੀਰ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਤੋਂ ਪਿਆਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਹਿ ਨਿਸਾਨੀ ਜੀਤ ਕੇ, ਤੋਹਿ ਨਿਸਾਨੀ ਜੀਤ ਕੇ, ਤੋਹਿ ਨਿਸਾਨੀ ਜੀਤ ਕੇ। ਆਜ ਤੁਹੀਂ ਜਗ ਵੇਰ, ਆਜ ਤੁਹੀਂ ਜਗ ਵੇਰ, ਤੋਹਿ ਨਿਸਾਨੀ ਜੀਤ ਕੇ, ਤੋਹਿ ਨਿਸਾਨੀ ਜੀਤ ਕੇ। ਅੱਜ ਤੁਹੀਂ ਜਗ ਮੇਰ, ਅੱਜ ਤੁਹੀਂ ਜਗ ਮੇਰ, ਤੋਹਿ ਨਿਸਾਨੀ ਜੀਤ ਕੇ, ਤੋਹਿ ਨਿਸਾਨੀ ਜੀਤ ਕੇ। ਆਸ ਕਿਰਪਾਨ ਖੰਡੋ ਖੜਗ, ਆਸ ਕਿਰਪਾਨ ਖੰਡੋ ਖੜਗ, ਤੁਮਕ ਤਬਰ ਆਰਤੀਰ, ਤੁਮਕ ਤਬਰ ਆਰਤੀਰ। ਸਹਿਬ ਸਰੋਹੀ ਸਹਿਜੀ, ਸਹਿਬ ਸਰੋਹੀ ਸਹਿਜੀ,
ਤੀਰ ਤੂੰ ਹੀ ਸਹਿਜੀ ਤੂੰ ਹੀ ਤੀਰ ਤੂੰ ਹੀ ਸਹਿਜੀ ਤੂੰ ਹੀ ਤਬਰ ਅਰ ਤਰਵਾਰ ਤੂੰ ਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਪੈ ਸਿੰਧ ਪਵ ਪਾਰ ਪੈ ਸਿੰਧ ਪਵ ਪਾਰ ਪੈ ਸਿੰਧ ਪਵ ਪਾਰ ਤੁਹੇ ਨਿਸਾਨੀ ਜੀਤ ਕੇ ਤੁਹੇ ਨਿਸਾਨੀ ਜੀਤ ਕੇ ਆਜ ਤੁਹੀਂ ਜਗ ਵੀਰ ਆਜ ਤੁਹੀਂ ਜਗ ਵੀਰ ਤੁਹੇ ਨਿਸਾਨੀ ਜੀਤ ਕੇ ਤੁਹੇ ਨਿਸਾਨੀ ਜੀਤ ਕੇ ਕਾਲ ਤੂੰ ਹੀ ਕਾਲੀ ਤੂੰ ਹੀ ਕਾਲ ਤੂੰ ਹੀ ਕਾਲੀ ਤੂੰ ਹੀ ਤੇਗ ਅਰ ਤੀਰ ਤੂੰ ਤੇਗ ਅਰ ਤੀਰ ਤੂੰ ਹੀ ਨਿਸ਼ਾਨੀ ਜੀਤ ਕੀ जीत की आज तुही जगवीर आज तुही जगवीर आज तुही जगवीर आज तुही जगवीर तुही निशानी जीत के तुही निशानी जीत के आज तुहीं जगवीर आज तुहीं जगवीर तुहीं निशानी जीत के तुहीं निशानी तुहीं निशानी तुहीं निशानी जीत के आज तुहीं जगवीर मन हरि किरसानी करनी मन हरि किरसानी करनी शर्म पानी तन खेत शर्म पानी तन खेत मन हरि किरसानी करनी मन हरि शर्म पानी तन खेत शर्म पानी तन खेत मन हरि किरसानी करनी मन हरि किरसानी करनी शर्म पानी तन खेत शर्म पानी तन खेत मन हरि किरसानी करनी मन हरि किरसानी करनी
ਨਾਮ ਬੀਜ ਸੰਤੋਖ ਸੁਹਾਗਾ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਰਖ ਗਰੀਬੀ ਵੇਸ। ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ, ਪਾਣੀ ਤਨ ਖੇਤ। ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਪਾਉ ਕਰਮ ਕਰ ਜਾਮ ਸੀ, ਪਾਉ ਕਰਮ ਕਰ ਜਾਮ ਸੀ। ਸੇ ਕਰ ਪਾਕਟ ਦੇਖ, ਸੇ ਕਰ ਪਾਕਟ ਦੇਖ। ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ, ਸਰਮ ਪਾਣੀ ਤਨ ਖੇਤ। ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਬਾਬਾ ਮਾਇਆ ਸਾਥ ਨ ਹੋਏ, ਮਾਇਆ ਸਾਥ ਨ ਹੋਏ। ਇਨ ਮਾਇਆ ਜਗ ਮੋਇਆ, ਇਨ ਮਾਇਆ ਜਗ ਮੋਇਆ। ਬਿਰਲਾ ਬੂਝੈ ਕੋਇ, ਬਿਰਲਾ ਬੂਝੈ ਕੋਇ। ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ। ਰਖ ਗਰੀਬੀ ਵੇਸ, ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਹਾਨ ਹਟ ਕਰ ਯਾਰ ਜਾ, ਸਚ ਨਾਮ ਕਰਵਾਤ। ਹਾਨ ਹਟ ਕਰ ਯਾਰ ਜਾ, ਸਚ ਨਾਮ ਕਰਵਾਤ। ਸੁਰਤ ਸੋਚ ਕਰ ਪਾਠਸਾਲ, ਸੁਰਤ ਸੋਚ ਕਰ ਪਾਠਸਾਲ। ਤਿਸ ਵਿੱਚ ਤਿਸ ਨੂੰ ਰਾਖ, ਵਣਜਾਰਿਆਂ ਸਿਉ ਵਣਜ ਕਰ, ਵਣਜਾਰਿਆਂ ਸਿਉ ਵਣਜ ਕਰ। ਲੈ ਲਹਾ ਮਨ ਹਾਸ, ਮਨ ਹਰਿ ਕਿਰਸਾਣੀ ਕਰਨੀ, ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ। ਰਖ ਗਰੀਬੀ
ਸਤ ਕੋੜੇ ਲੈ ਚੱਲ। ਸੁਣ ਸਾਸਤ ਸੌਦਾਗਰੀ ਸਤ ਕੋੜੇ ਲੈ ਚੱਲ। ਖਰਚ ਬਾਹਨ ਚੰਗਿਆਈਆ ਖਰਚ ਬਨ ਚੰਗਿਆਈਆ ਮਤ ਮਨ ਜਾਣੈ ਕਲ। ਨਿਰੰਕਾਰ ਕੈ ਦੇਸ ਜਾਏ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲੈ ਮਹਲ। ਮਨ ਹਰਿ ਕਿਰਸਾਣੀ ਕਰ ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ। ਰੱਖ ਗਰੀਬੀ ਵੇਸ ਮਨ ਹਰਿ ਕਿਰਸਾਣੀ ਕਰ ਮਨ ਹਰਿ ਕਿਰਸਾਣੀ ਕਰਨੀ। ਲਾਹੇ ਚਿਤ ਕਰ ਚਾਤੁਰੀ ਮਨ ਨਾਮ ਕਰ ਕੰਮ। ਲਾਹੇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਬਨ ਬਦੀਆਂ ਕਰ ਤਾਵਨੀ ਤਾਂ ਕੋ ਆਖੈ ਤਨ। ਨਿਰੰਕਾਰ ਨਾਨਕ ਵੇਖੈ ਨਦਰ ਕਰ ਚੜੈ ਚਵ ਗਣਵੰਨ। ਨਾਨਕ ਵੇਖੈ ਨਦਰ ਕਰ ਚੜੈ ਚਵ ਗਣਵੰਨ। ਮਨ ਹਰਿ ਕਿਰਸਾਣੀ ਕਰਨੀ ਮਨ ਹਰਿ ਕਿਰਸਾਣੀ ਕਰਨੀ। ਸਰਮ ਪਾਣੀ ਤਨ ਖੇਤ ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ। ਰੱਖ ਗਰੀਬੀ ਵੇਸ ਮਨ ਹਰਿ ਕਿਰਸਾਣੀ ਕਰਨੀ ਮਨ ਹਰਿ ਕਿਰਸਾਣੀ ਕਰਨੀ ਮਨ ਹਰਿ ਕਿਰਸਾਣੀ ਕਰਨੀ।